ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਨਾ ਮਨ ਮੁਖ ਸ਼ਬਦ ਨ ਭਾਵੈ, ਬੰਧਨ ਬੰਧ ਪਵਾਇਆ। 184 ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ। ਇਕ ਨਾ ਮਨ ਮੁਖ ਸ਼ਬਦ ਨ ਭਾਵੈ, ਬੰਧਨ ਬੰਧ ਪਵਾਇਆ। 184 ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ। ਭਗਤਾ ਮਣਿ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ। ਅਣ ਦਿਨ ਗੁਣ ਗਾਵੇ ਸਦ ਨਿਰਮਲ, ਸਹਜੇ ਨਾਮ ਸਮਾਤੇ। ਅਣ ਦਿਨ ਗੁਣ ਗਾਵੇ ਸਦ ਨਿਰਮਲ, ਸਹਜੇ ਨਾਮ ਸਮਾਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਨਾ ਮਨ ਮੁਖ ਸ਼ਬਦ ਨ ਭਾਵੈ, ਬੰਧਨ ਬੰਧ ਪਵਾਇਆ। 184 ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ। 184 ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 69 ਉੱਪਰ ਸੁਭਾਏਮਾਨ ਹਨ। ਸਤਿਗੁਰੂ ਪਾਤਸ਼ਾਹ ਜੀ ਦੱਸ ਰਹੇ ਸੀ ਕਿ ਜਦੋਂ ਸਾਨੂੰ ਗੁਰੂ ਮਿਲ ਜਾਂਦਾ ਹੈ ਤੇ ਫਿਰ ਸਾਡੇ ਜੀਵਨ ਵਿੱਚ ਕੀ ਬਦਲਾਅ ਆਉਂਦਾ ਹੈ। ਪਿਛਲੇ ਦਿਨੀ ਆਪਾਂ ਸਰਵਣ ਕੀਤੇ ਸੀ ਚਾਰਕ ਪਦੇ ਕਿ ਸਤਿਗੁਰ ਮਿਲਿਆ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਜਦ ਗੁਰੂ ਮਿਲ ਜਾਂਦਾ ਹੈ ਤੇ ਜੀਵ ਦਾ ਜੰਮਣਾ ਮਰਨਾ ਭਟਕਣਾ ਖਤਮ ਹੋ ਜਾਂਦਾ ਹੈ, ਫੇਰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਤੋ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਤਾਂ ਠੀਕ ਹੈ, ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ। ਫਿਰ ਚੌਥੇ ਪਦੇ ਵਿੱਚ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਜਿਹੜੇ ਮਨਮੋਹ ਗੁਰੂ ਦੇ ਲੜਨ ਨਹੀਂ ਲੱਗਦੇ ਉਹਨਾਂ ਦਾ ਵੀ ਹਾਲ ਦੱਸ ਦਿਓ ਕੀ ਹੁੰਦਾ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇਕ ਨਾ ਮਨਮੁਖ ਸ਼ਬਦ ਨ ਭਾਵੈ, ਬੰਧਨ ਬੰਧ ਭਮਾਇਆ। ਜਿਹੜੇ ਮਨਮੁਖ ਹੈ ਉਹਨਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ, ਤੇ ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ ਉਹ ਭਟਕਦੇ ਰਹਿੰਦੇ ਆ, ਉਹ ਬੰਧਨਾਂ ਵਿੱਚ ਬੰਧੇ ਰਹਿੰਦੇ ਹਨ। ਤੇ ਉਹਨਾਂ ਮੋਹ ਮਾਇਆ ਮਮਤਾ ਦੇ ਬੰਧਨਾਂ ਕਰਕੇ ਉਹ ਚੱਕਰ ਵਿੱਚ ਪਏ ਰਹਿੰਦੇ ਹਨ। ਜਿਵੇਂ ਕੋਹਲੂ ਵਾਲਾ ਬਲਦ, ਜਿਸ ਨੂੰ ਬੰਨਿਆ ਹੋਇਆ ਕੋਹਲੂ ਦੇ ਗਾਂਧੀ ਦੇ ਨਾਲ,
ਔਰ ਉਸ ਦੀਆਂ ਅੱਖਾਂ ਦੇ ਉੱਤੇ ਇੱਕ ਖੋਪੇ ਚੜ੍ਹਾ ਦਿੱਤੇ ਜਾਂਦੇ, ਭਾਵ ਬੰਦ ਐਨਕ। ਔਰ ਉਸ ਬਲਦ ਦੀਆਂ ਅੱਖਾਂ 'ਤੇ ਚੜ੍ਹੇ ਹੋਏ ਖੋਪੇ ਜਿਹੜੇ ਹੈ ਉਹਨੂੰ ਰਸਤਾ ਦੇਖਣ ਨਹੀਂ ਦਿੰਦੇ, ਜਿਸ ਦੇ ਕਰਕੇ ਉਹ ਬਲਦ ਸੋਚਦਾ ਹੈ ਕਿ ਬਸ ਹੁਣੇ ਹੀ ਮੇਰਾ ਜਿਹੜਾ ਚੱਕਰ ਹੈ ਮੁੱਕ ਜਾਣਾ। ਪਰ ਜਦੋਂ ਇੱਕ ਚੱਕਰ ਖਤਮ ਹੁੰਦਾ ਦੂਜਾ ਸ਼ੁਰੂ ਹੋ ਜਾਂਦਾ, ਦੂਜਾ ਖਤਮ ਹੁੰਦਾ ਤੀਜਾ ਸ਼ੁਰੂ ਹੋ ਜਾਂਦਾ, ਚੱਕਰ ਮੁੱਕਦੇ ਹੀ ਨਹੀਂ। ਉਹ ਬਲਦ ਗਾਂਧੀ ਨੂੰ ਲੈ ਕਰਕੇ ਉਸੇ ਚੱਕਰ ਦੇ ਵਿੱਚ ਘੁੰਮਦਾ ਰਹਿੰਦਾ ਸਵੇਰ ਤੋਂ ਸ਼ਾਮ ਤੱਕ, ਪਰ ਅਖੀਰ ਸ਼ਾਮਾਂ ਨੂੰ ਪਾਉਂਦਾ ਕਿ ਉਹ ਤਾਂ ਉੱਥੇ ਹੀ ਫਿਰਦਾ ਹਜੇ ਤੱਕ। ਪੁਰਾਣੇ ਸਮਿਆਂ ਵਿੱਚ ਟਿਊਬਵੈੱਲਾਂ 'ਚੋਂ ਪਾਣੀ ਕੱਢਣ ਦਾ ਇਹ ਜ਼ਰੀਆ ਹੁੰਦਾ ਸੀ ਬਲਦਾਂ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖ ਨੂੰ ਵੀ ਬਲਦ ਦੀ ਨਿਆਈ ਹੀ ਕਿਹਾ ਹੈ। ਇਹਦੀਆਂ ਅੱਖਾਂ ਦੇ ਉੱਤੇ ਮੋਹ ਦੇ ਖੋਪੇ ਚੜ੍ਹਾ ਦਿੱਤੇ ਗਏ। ਮੋਹ ਮਮਤਾ ਦੀ ਐਸੀ ਐਨਕ ਇਹਦੀਆਂ ਅੱਖਾਂ 'ਤੇ ਲੱਗੀ ਹੋਈ ਹੈ, ਇਹਨੂੰ ਹੋਰ ਕੁਝ ਦਿਸਦਾ ਹੀ ਨਹੀਂ। ਆਪਣੇ ਧੀਆਂ ਪੁੱਤਰਾਂ ਤੋਂ ਬਗੈਰ, ਆਪਣੀ ਮੋਹ ਮਮਤਾ ਤੋਂ ਬਗੈਰ, ਆਪਣੀ ਸੰਪਤੀ ਤੋਂ ਬਗੈਰ ਇਹਨੂੰ ਹੋਰ ਕੁਝ ਵੀ ਨਹੀਂ ਦਿਸਦਾ ਗਾ। ਇਸ ਕਰਕੇ ਉਹ ਮਨਮੁਖ ਜਿਹੜਾ ਹੈ ਉਸ ਬਲਦ ਦੀ ਨਿਆਈ ਚੱਕਰ ਦੇ ਵਿੱਚ ਪਿਆ ਰਹਿੰਦਾ। ਇੱਕ ਜਨਮ ਖਤਮ ਹੁੰਦਾ ਹੈ, ਦੂਸਰਾ ਸ਼ੁਰੂ ਹੋ ਜਾਂਦਾ, ਦੂਜਾ ਖਤਮ ਹੁੰਦਾ, ਤੀਜੀ ਜੂਨ ਸ਼ੁਰੂ ਹੋ ਜਾਂਦੀ ਹੈ। ਇਉਂ 84 ਲੱਖ ਜੂਨ ਦੱਸੀ ਹੈ ਸਤਿਗੁਰਾਂ ਨੇ, ਸਿਆਣਿਆਂ ਨੇ। ਨਾ ਇਹ ਜੂਨਾਂ ਮੁੱਕਣ ਤੇ ਨਾ ਖਹਿੜਾ ਛੁੱਟੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਏ ਦੇਸ ਨਰੀਆ। ਬੜੇ ਲੰਮੇ ਸਮੇਂ ਤੋਂ ਬਾਅਦ ਸਾਨੂੰ ਪਰਮੇਸ਼ਰ ਨੇ ਮਨੁੱਖਾ ਦੇਹੀ ਦਿੱਤੀ ਹੈ। ਪਰਮੇਸ਼ਰ ਨੇ ਭੇਜਿਆ ਸਤਿਗੁਰੂ ਨੂੰ ਮਿਲਣ ਵਾਸਤੇ। ਜਿਹੜੇ ਸਤਿਗੁਰ ਨੂੰ ਮਿਲ ਪਏ, ਸਤਿਗੁਰ ਮਿਲਿਆ ਫੇਰ ਨਾ ਪਵੇ, ਉਹਨਾਂ ਦਾ ਅਗਲਾ ਚੱਕਰ ਖਤਮ। ਜਨਮ ਮਨ ਦੁੱਖ ਜਾਏ। ਜਿਹੜੇ ਨਹੀਂ ਮਿਲੇ, ਮਨਮੁਖ ਸ਼ਬਦ ਨਾ ਭਾਵੇ। ਇੱਕ ਨਾ ਕਈਆਂ ਨੂੰ, ਕਈ ਲੋਕਾਂ ਨੂੰ, ਮਨਮੁਖਾਂ ਨੂੰ ਮਨਮਤ ਕਰਕੇ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਜਿਸ ਵੇਲੇ ਇੱਕ ਵਾਰੀ ਬ੍ਰਾਹਮਣਾਂ ਨੂੰ ਪਰਖਣ ਵਾਸਤੇ, ਪੰਡਤਾਂ ਨੂੰ ਪਰਖਣ ਵਾਸਤੇ ਇੱਕ ਗਧੇ ਦੇ ਉੱਪਰ ਮਣ ਪੱਕਾ ਲੋਹਾ, ਮਣ ਪੱਕਾ ਕਾਲੇ ਮਾਂ ਤੇ ਮਣ ਪੱਕਾ ਤੇਲ ਲੱਦ ਕੇ ਸਿੱਖਾਂ ਨੂੰ ਕਿਹਾ ਵੀ ਪੰਡਤਾਂ ਨੂੰ ਕਹੋ ਸਦਕੇ ਲਿਆਓ, ਆ ਦਾਨ ਲੈ ਜਾਣ। ਜਿਹੜਾ ਅਨੰਦਪੁਰ ਸਾਹਿਬ ਦੇ ਇਲਾਕੇ ਦਾ ਕੋਈ ਮੁਖੀ ਪੰਡਤ ਸੀ, ਉਹਨੂੰ ਸੱਦਿਆ ਗਿਆ, ਭਾਈ ਆ ਗੁਰੂ ਸਾਹਿਬ ਦਾਨ ਦੇਣਾ ਚਾਹੁੰਦੇ ਆ, ਲੈ ਜਾ। ਉਸ ਮਨਮੁਖ ਨੇ ਅੱਗੋਂ ਕੀ ਕਿਹਾ ਕਿ ਅਸੀਂ ਤੁਹਾਡਾ ਦਾਨ ਨਹੀਂ ਲੈ ਸਕਦੇ। ਕਿਉਂ? ਕਿਉਂਕਿ ਤੁਹਾਡੇ ਜਨੇਊ ਨਹੀਂ ਪਾਇਆ ਹੋਇਆ। ਕੋਈ ਸਤਨਾਮ ਗੁਰੂ ਸਾਹਿਬ ਨੂੰ ਕਹਿੰਦੇ ਤੁਸੀਂ ਜਨੇਊ ਨਹੀਂ ਪਾਇਆ, ਤੁਸੀਂ ਧਰਮੀ ਨਹੀਂ ਹੋ, ਤੁਹਾਡਾ ਕੋਈ ਧਰਮ ਨਹੀਂ ਹੈ। ਗੁਰੂ ਕੇ ਸਿੱਖਾਂ ਦੇ ਧਰਮ ਨੂੰ ਧਰਮ ਹੀ ਨਹੀਂ ਸਮਝਦਾ ਸੀ ਬ੍ਰਾਹਮਣ। ਤੇ ਉਸ ਵੇਲੇ ਫਿਰ ਕਲਾ ਵਰਤੀ ਸਤਿਗੁਰਾਂ ਨੇ ਇਹਨਾਂ ਨੂੰ ਪਰਖਣ ਵਾਸਤੇ। ਇੱਕ ਹੋਰ ਜੁਗਤੀ ਵਰਤੀ। ਇੱਕ ਕੋਈ 10-15 ਤੋਲਿਆਂ ਦਾ ਹਾਰ ਸੋਨੇ ਦਾ, ਉਹ ਵੀ ਨਾਲ ਟੰਗਤਾ ਗਧੇ ਦੇ ਗਲ 'ਚ। ਕਹਿੰਦੇ ਵੀ ਹੁਣ ਕਿਵੇਂ ਲੱਗਦਾ? ਕਹਿੰਦਾ ਚਲੋ ਬਾਹਲਾ ਕਹਿੰਦੇ ਹੋ ਤਾਂ ਲੈ ਜਾਂਦੇ ਆ। ਕੋਈ ਸਤਨਾਮ ਸੀ। ਤਾਂ ਸਤਿਗੁਰੂ ਪਾਤਸ਼ਾਹ ਨੇ ਦੇਖਿਆ ਵੀ ਲਾਲਚੀ ਹੈ, ਲਾਲਚ ਕਰਕੇ ਇਹ ਲੈ ਗਿਆ। ਪਰ ਜਦੋਂ ਗੇਟ ਤੋਂ ਬਾਹਰ ਨਿਕਲਿਆ, ਅੱਗੋਂ ਸਿੰਘ ਟੱਕਰ ਗਏ। ਕਹਿੰਦੇ ਵੀ ਇਹ ਕਿੱਧਰ ਲਈ ਜਾਂਦਾ? ਕਹਿੰਦਾ ਗੁਰੂ ਸਾਹਿਬ ਨੇ ਦਾਨ ਦਿੱਤਾ। ਸਿੰਘਾਂ ਨੇ ਉਹ ਤੋਂ ਸਾਰਾ ਸਮਾਨ ਲੈ ਲਿਆ ਤੇ ਵਾਪਸ ਗੁਰੂ ਸਾਹਿਬ ਕੋਲੇ ਲੈ ਕੇ ਆ ਗਏ। ਪਾਤਸ਼ਾਹ ਕਹਿੰਦੇ ਵੀ ਇਹ ਤੁਸੀਂ ਕਿਵੇਂ ਲਿਆਏ? ਮਹਾਰਾਜ ਤੁਸੀਂ ਦਿੱਤਾ ਕਾਹਦੇ ਵਾਸਤੇ ਸੀ? ਕਹਿੰਦੇ ਦਾਨ ਕੀਤਾ ਸੀ। ਕਹਿੰਦੇ ਦਾਨ ਤਾਂ ਉਹ ਲੈ ਕੇ ਰਾਜੀ ਨਹੀਂ। ਤੇ ਪਾਤਸ਼ਾਹ ਕਹਿੰਦੇ ਤੁਸੀਂ ਇਹਦਾ ਕੀ ਕਰੋਗੇ ਹੁਣ? ਕਹਿੰਦੇ ਅਸੀਂ ਕੀ ਕਰਨਾ, ਆਹ ਕਾਲੇ ਮਾਹਾਂ ਦੇ ਪਕੌੜੇ ਬਣਾ ਦਿਆਂਗੇ, ਭੱਲੇ ਬਣਾ ਦਿਆਂਗੇ, ਤੇਲ ਦੇ ਵਿੱਚ ਤਲ ਕੇ ਸੰਗਤਾਂ ਨੂੰ ਛਕਾ ਦਿਆਂਗੇ।
ਤੇ ਜਿਹੜਾ ਲੋਹਾ ਇਹਦੀਆਂ ਕਿਰਪਾਨਾਂ ਬਣਾ ਦਿਆਂਗੇ, ਕੜੇ ਬਣਾ ਦਿਆਂਗੇ, ਹੋਰ ਜਿਹੜੇ ਕਕਾਰ ਹੈ ਉਹ ਬਣ ਜਾਣਗੇ, ਸ਼ਸਤਰ ਬਣ ਜਾਣਗੇ। ਤੇ ਕਹਿੰਦੇ ਆ ਸੋਨਾ ਕੀ ਕਰੋਗੇ? ਕਹਿੰਦੇ ਸੋਨਾ ਜਿਹੜਾ ਹੈ ਨਿਸ਼ਾਨ ਸਾਹਿਬਾਂ ਦੀ ਝਾਲ ਚੜਾ ਦਿਆਂਗੇ, ਉੱਤੇ ਗੁੰਮਤਾਂ ਤੇ ਚੜਾ ਦਿਆਂਗੇ। ਤੋ ਪਾਤਸ਼ਾਹ ਜੀ ਨੇ ਇੱਥੇ ਦੋ ਪਰਖਾਂ ਕੀਤੀਆਂ। ਇੱਕ ਤਾਂ ਸਿੱਖ ਨੂੰ ਪਰਖ ਲਿਆ ਵੀ ਕੀ ਇਹ ਇਸ ਪੁੰਨਦਾਨ ਦੇ ਚੱਕਰ 'ਚ ਪੈਂਦਾ ਕਿ ਨਹੀਂ ਪੈਂਦਾ, ਭਾਵ ਨਹੀਂ ਪੈਂਦਾ। ਤੇ ਦੂਸਰਾ ਪੰਡਤ ਨੂੰ ਪਰਖ ਲਿਆ ਵੀ ਉਹ ਮਾਇਆ ਦੇ ਲਾਲਚ ਕਰਕੇ ਤਾਂ ਉਹ ਸਮਾਨ ਲੈ ਗਿਆ, ਪਰ ਉੱਦਾਂ ਉਸਨੇ ਗੁਰੂ ਸਾਹਿਬ ਨੂੰ ਧਰਮੀ ਨਹੀਂ ਮੰਨਿਆ, ਕਿਉਂਕਿ ਉਹਨਾਂ ਨੇ ਜਨੇਊ ਨਹੀਂ ਪਵਾਇਆ। ਔਰ ਇਹ ਵੀ ਮਨੋ ਮਣੀ ਲੋਕ ਗੱਲਾਂ ਕਰਦੇ ਸੀ ਵੀ ਗੁਰੂ ਸਾਹਿਬ ਨੇ ਆ ਨਵਾਂ ਹੀ ਕੰਮ ਚਲਾਤਾ। ਆ ਜਿੱਦਾਂ ਦੀ ਚੰਡੀ ਪ੍ਰਗਟ ਵਾਲੀ ਘਟਨਾ ਕੀਤੀ ਆ, ਉਦਣ ਦੇ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ। ਲੋਕਾਂ ਨੂੰ ਕਹਿੰਦੇ ਵੀ ਕਿਰਪਾਨਾਂ ਪਾਓ, ਕਛਹਿਰੇ ਪਾਓ, ਕੇਸ ਦਾੜੀਆਂ ਰੱਖੋ, ਔਰ ਅੱਜ ਤੋਂ ਬਾਅਦ ਅੰਮ੍ਰਿਤ ਛਕਿਆ ਕਰੋ, ਖੰਡੇ ਬਾਟੇ ਦੀ ਪਹੁਲ ਲਿਆ ਕਰੋ। ਇਹ ਨਵਾਂ ਹੀ ਕੰਮ ਚਲਾ ਦਿੱਤਾ, ਇਹ ਠੀਕ ਨਹੀਂ ਕੀਤਾ ਗੁਰੂ ਸਾਹਿਬ ਨੇ। ਜਦੋਂ ਇਹ ਗੱਲਾਂ ਗੁਰੂ ਸਾਹਿਬ ਦੇ ਕੰਨਾਂ 'ਚ ਪਈਆਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਜਿਹੜੇ ਇਹ ਗੱਲਾਂ ਕਰਦੇ ਆ ਉਹ ਮੇਰੇ ਨਹੀਂ। ਅੱਜ ਤੋਂ ਬਾਅਦ ਸਿੱਖੋ ਕਿਸੇ ਪੰਡਤ ਨੂੰ ਦਾਨ ਦੇਣ ਦੀ ਲੋੜ ਨਹੀਂ, ਆਪੇ ਇਕੱਠਾ ਕਰ ਲਿਆ ਕਰੋ ਤੇ ਆਪੇ ਹੀ ਛਕ ਲਿਆ ਕਰੋ। ਲੰਗਰ ਜੋ ਚੱਲਦੇ ਹਨ ਆਪਣੇ ਕੋ ਸਤਨਾਮ ਸ੍ਰੀ, ਲੰਗਰਾਂ ਦੇ ਵਿੱਚ ਬਣਾ ਕੇ ਆਪੇ ਹੀ ਛਕ ਲਿਆ ਕਰੋ। ਇਹਨਾਂ ਨੇ ਮੈਨੂੰ ਤਿਆਗਿਆ ਤੇ ਮੈਂ ਇਹਨਾਂ ਨੂੰ ਤਿਆਗਿਆ। ਇੱਕ ਨਾ ਮਨਮੁਖ ਸ਼ਬਦ ਨ ਭਾਵੈ, ਬੰਧਨ ਬੰਧ ਭਵਾਇਆ। ਇਹਨਾਂ ਨੇ ਪੈਰਾਂ 'ਚ ਬੇੜੀਆਂ ਪਈਆਂ ਰਹਿਣਗੀਆਂ। ਸਿਮਰਤ ਸੰਕਲ ਜੇਵਰੀ ਲਹਿ ਆਈ। ਇਹਨਾਂ ਦੇ ਪੈਰਾਂ ਵਿੱਚ ਸਿਮਰਤੀਆਂ ਵੇਦਾਂ ਗ੍ਰੰਥਾਂ ਦੀਆਂ ਜਿਹੜੀਆਂ ਬੇੜੀਆਂ ਪਈਆਂ ਨਾ, ਉਹ ਜਿਹੜੀਆਂ ਪਾਈਆਂ ਪਿਛਲੇ ਕਰਮ ਕਾਂਡਾਂ ਦੀਆਂ, ਉਹ ਨਹੀਂ ਨਿਕਲਣੀਆਂ। ਮੈਂ ਚਾਹੁੰਦਾ ਸੀ ਨਿਕਲ ਜਾਂਦੀਆਂ, ਪਰ ਨਹੀਂ ਮੰਨਦੇ। ਪਹਾੜੀ ਰਾਜਿਆਂ ਨੂੰ ਵੀ ਕਿਹਾ ਸੀਗਾ ਵੀ ਤੁਸੀਂ ਜਿਹੜਾ ਹੈ ਸਿੱਖ ਬਣ ਜਾਓ। ਕਹਿੰਦੇ ਜੀ ਅਸੀਂ ਅੰਮ੍ਰਿਤ ਛਕ ਲਵਾਂਗੇ, ਪਰ ਅਸੀਂ ਬੋਦੀ ਧੋਤੀ ਨਹੀਂ ਛੱਡਣੀ। ਪਾਤਸ਼ਾਹ ਕਹਿੰਦੇ ਜੀ ਤੁਸੀਂ ਬੋਦੀ ਧੋਤੀ ਨਹੀਂ ਛੱਡਣੀ, ਜੇ ਕੇਸ ਨਹੀਂ ਰੱਖਣੇ, ਦਾੜਾ ਨਹੀਂ ਰੱਖਣਾ, ਸ਼ਸਤਰ ਨਹੀਂ ਪਹਿਨਣੇ, ਸਾਡੇ ਵਾਂਗੂ ਨਹੀਂ ਆਉਣਾ ਸਾਡੀ ਮਰਜ਼ਾਦਾ ਵਿੱਚ, ਤੇ ਫਿਰ ਸਾਨੂੰ ਲੋੜ ਵੀ ਨਹੀਂ ਤੁਹਾਡੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰੂ ਪਿਆਰਿਓ ਖਾਲਸਾ ਪੰਥ ਦੀ ਸਾਜਨਾ ਕੀਤੀ। ਜਿਨ੍ਹਾਂ ਨੇ ਗੱਲ ਮੰਨੀ ਗੁਰੂ ਸਾਹਿਬ ਨੇ ਉਹਨਾਂ ਨੂੰ ਗਲੇ ਲਾਇਆ, ਜਿਨ੍ਹਾਂ ਨੇ ਨਹੀਂ ਮੰਨੀ ਉਹਨਾਂ ਨੂੰ ਤਿਆਗ ਦਿੱਤਾ, ਤੇ ਜਿਨ੍ਹਾਂ ਨਹੀਂ ਮੰਨੀ ਉਹਨਾਂ ਦੀ ਹਾਲਤ ਅੱਜ ਦੇ ਸ਼ਬਦ ਮੁਤਾਬਕ ਇੱਕ ਨਾ ਮਨਮੁਖ ਸ਼ਬਦ ਨ ਭਾਵੈ, ਬੰਧਨ ਬੰਧ ਭਵਾਇਆ। 184 ਫਿਰ ਆਵੈ, ਬਿਰਥਾ ਜਨਮ ਗਵਾਇਆ। ਅੱਜ ਸਾਕਾ ਸ਼੍ਰੀ ਨਨਕਾਣਾ ਸਾਹਿਬ ਦਾ ਦਿਹਾੜਾ ਵੀ ਅੰਮ੍ਰਿਤ ਵੇਲੇ ਭੋਗ ਪਾਏਗੇ। ਇਸ ਵਿਸ਼ੇ 'ਤੇ ਵੀ ਵਿਚਾਰ ਆਪਾਂ ਕਰਾਂਗੇ, ਥੋੜ੍ਹੀ ਸ਼ਬਦ ਦੀ ਵਿਚਾਰ ਕਰ ਲਈਏ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਮਨਮੁੱਖਾਂ ਨੇ ਅਸਲ ਦੇ ਵਿੱਚ 84 ਲੱਖ ਜੂਨਾਂ 'ਚੋਂ ਨਿਕਲਣਾ ਨਹੀਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਹੈਵਰ ਬਿਰਖ ਹੁੰਦਾ ਬਲਦ, ਕਈ ਜਨਮ ਬਲਦਾਂ ਦੀ ਤਿਆਈ ਬੰਦਾ ਜਿਹੜਾ ਹੈ ਜੋੜਿਆ ਗਿਆ ਗੱਡਿਆਂ ਦੇ ਮੂਹਰੇ। ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਏ ਦੇਸ ਨਰੀਆ। ਸਤਿਗੁਰ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, 184 ਫਿਰ ਆਵੇ, ਬਿਰਥਾ ਜਨਮ ਗਵਾਇਆ। ਮਨਮੁਖਾਂ ਦੀ ਗੱਲ ਤਾਂ ਇੰਨੀ ਕਾਫੀ ਹੈ, ਸਿੱਧਾ ਦੱਸਦਾ ਵੀ ਇਹ ਭਟਕਦੇ ਰਹਿਣਗੇ। ਅੱਗੇ ਫਿਰ ਚੱਲ ਪਈ ਨਾ ਮੰਨਣ ਵਾਲਿਆਂ ਦੀ ਗੱਲ, ਗੁਰੂ ਦੀ ਗੱਲ ਮੰਨਣ ਵਾਲਿਆਂ ਦੀ ਗੱਲ। ਭਗਤਾ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ। ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹ ਹਮੇਸ਼ਾ ਆਨੰਦ ਮਾਣਦੇ ਨੇ। ਭਗਤਾ ਮਨ ਆਨੰਦ ਹੈ, ਸੱਚਾ ਸ਼ਬਦ ਰੰਗ ਰਾਤੇ। ਤੇ ਮਨਮੁਖਾਂ ਦੀ ਗੱਲ ਜੇ ਆਪਾਂ ਕਰੀਏ, ਤੇ ਜਿਸ ਤਰ੍ਹਾਂ ਆਪਾਂ ਨੇ ਸਰਵਣ ਕੀਤਾ, ਗੁਰੂ ਪਿਆਰਿਓ, ਉਹ ਬਲਦ ਦੀ ਨਿਆਈ, ਗਧੇ ਦੀ ਨਿਆਈ ਭਾਰ ਢੋਂਦਾ ਰਹਿੰਦਾ ਸੰਸਾਰ ਦਾ।
ਖਰਕਾ ਪੈਖਰ ਤਉ ਛੁੱਟੈ ਜੋ ਉੱਪਰ ਲਾਦੈ। ਜਿਵੇਂ ਗਧਾ ਹੁੰਦਾ ਨਾ, ਗਧੇ ਦੇ ਉੱਤੇ ਘੁਮਿਆਰ ਇੱਟਾਂ ਢੋਂਦਾ, ਮਿੱਟੀ ਢੋਂਦਾ ਹੈ। ਇਸ ਮਨ ਦਾ ਕਹਿੰਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹ ਗਧੇ ਵਰਗਾ ਹੈ। ਜਾਂ ਤਾਂ ਇਹਦੇ ਉੱਤੇ ਨਾਮ ਦੀ ਗੱਲ ਰੱਖੀ ਜਾਵੇ, ਹਮੇਸ਼ਾ ਨਾਮ ਜਪਿਆ ਜਾਵੇ, ਜਾਂ ਇਹਨੂੰ ਕਿਰਤ ਵਿੱਚ ਲਾਇਆ ਜਾਵੇ। ਜਦੋਂ ਇਹ ਵਿਹਲਾ ਛੱਡ ਦਿੰਦੇ ਆ, ਉਦੋਂ ਹੀ ਇਹ ਸ਼ਰਾਰਤਾਂ ਕਰਦਾ ਹੈ, ਭਟਕ ਜਾਂਦਾ ਹੈ। ਜਿਵੇਂ ਜਦੋਂ ਘੁਮਿਆਰ ਗਧੇ ਤੇ ਭਾਰ ਲੱਦ ਲੈਂਦਾ ਤੇ ਉਹਦੇ ਪੈਰ 'ਚੋਂ ਰੱਸੀ ਖੋਲ ਦਿੰਦਾ, ਤੇ ਜਦੋਂ ਵਿਹਲਾ ਹੁੰਦਾ ਉਹਦੇ ਪੈਰ 'ਚ ਰੱਸੀ ਪਾ ਦਿੰਦਾ ਤਾਂ ਕਿ ਭੱਜੇ ਨਾ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਇਹ ਜੀਵ ਜਿਹੜਾ ਹੈ ਉਸੇ ਤਰ੍ਹਾਂ ਭਟਕਦਾ ਹੋਇਆ ਟੇਢੀਆਂ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ। ਬਲਦਾਂ ਦੀ ਨਿਆਈ ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇਸ ਜਰੀਆ। ਬੜੇ ਲੰਬੇ ਸਮੇਂ ਤੋਂ ਬਾਅਦ ਤੈਨੂੰ ਮਨੁੱਖਾ ਦੇਹੀ ਦਿੱਤੀ ਗਈ ਹੈ, ਇਸ ਕਰਕੇ ਪਰਮੇਸ਼ਰ ਨੂੰ ਮਿਲਣ ਦੀ ਤਿਆਰੀ ਕਰ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਮੰਨ ਲਈ ਹੈ, ਭਗਤਾਂ ਮਨ ਆਨੰਦ ਹੈ, ਉਹ ਆਨੰਦ ਮਾਣਦੇ ਹੈ। ਸੱਚਾ ਸ਼ਬਦ ਰੰਗ ਰਾਤੇ, ਉਹ ਸੱਚ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਆਨ ਦਿਨ ਗੁਣ ਗਾਵੇ ਸਦ ਨਿਰਮਲ, ਉਹ ਰੋਜ਼ਾਨਾ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ। ਆਨ ਦਿਨ ਗੁਣ ਗਾਵੇ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਤੇ ਇਉਂ ਨਾਮ ਜਪਦੇ ਜਪਦੇ ਉਹ ਪਰਮੇਸ਼ਰ ਵਿੱਚ ਮਿਲ ਜਾਂਦੇ ਹੈ। ਉਹਨਾਂ ਦਾ ਚੱਕਰ ਕੱਟਿਆ ਜਾਂਦਾ, ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ ਹੈ। ਉਹ ਟੇਢੀਆਂ ਜੂਨਾਂ ਵਿੱਚ ਨਹੀਂ ਜਾਂਦੇ, ਉਹ ਆਪਣੇ ਘਰ ਚਲੇ ਜਾਂਦੇ ਹਨ। ਜਿਸ ਤਰ੍ਹਾਂ ਬਾਣੀ ਕਹਿੰਦੀ ਹੈ, ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ, ਅਪਦਾ ਭਈ ਬਤੀਤ। ਤੁਹਾਡੇ ਦੁੱਖਾਂ ਦਾ ਸਮਾਂ ਪੁੱਤਰ ਹੁਣ ਖਤਮ ਹੋ ਗਿਆ, ਹੁਣ ਤੂੰ ਘਰੇ ਆ ਜਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਉਹ ਪਰਮੇਸ਼ਰ ਦੇ ਪਿਆਰੇ ਸਹਿਜੇ ਸਹਿਜੇ ਨਾਮ ਜਪਦੇ ਹੋਏ ਹਰੀ ਵਿੱਚ ਸਮਾ ਜਾਂਦੇ ਹਨ। ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ। ਜਿਹੜੇ ਗੁਰਮੁਖ ਹੋ ਜਾਂਦੇ, ਭਾਵ ਗੁਰੂ ਵਾਲੇ ਬਣ ਜਾਂਦੇ ਹਨ, ਉਹ ਗੁਰੂ ਦੀ ਬਖਸ਼ੀ ਹੋਈ ਅੰਮ੍ਰਿਤ ਬਾਣੀ ਨੂੰ ਜਪਦੇ ਹਨ। ਅੰਮ੍ਰਿਤ ਬਾਣੀ ਬੋਲੇ ਭਾਵ ਜਪਣਾ। ਉਹ ਗੁਰੂ ਦੇ ਬਚਨਾਂ ਨੂੰ ਵਿਚਾਰਦੇ ਹਨ, ਜ਼ਿੰਦਗੀ ਦੇ ਵਿੱਚ ਸੰਭਾਲਣਾ ਕਰਦੇ ਹਨ। ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ। ਏਕੋ ਸੇਵਨ ਏਕ ਅਰਾਧੇ, ਉਹ ਇੱਕ ਨੂੰ ਸਿਮਰਦੇ ਹਨ, ਇੱਕ ਦੀ ਅਰਾਧਨਾ ਕਰਦੇ ਹਨ। ਗੁਰਮੁਖ ਅਕਥ ਕਹਾਣੀ, ਉਹ ਇੱਕ ਪਰਮੇਸ਼ਰ ਨਾਲ ਜੁੜ ਜਾਂਦੇ ਹਨ। ਉਹਨਾਂ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਮੇਰਾ ਆਉਣਾ ਕਾਹਦੇ ਵਾਸਤੇ ਹੋਇਆ। ਗੁਰਮੁਖਾਂ ਦੇ ਕਰਤੱਵ ਕੀ ਹੈ, ਗੁਰਮੁਖਾਂ ਦੀ ਪਛਾਣ ਕੀ ਹੈ। ਜਿੰਨਾ ਸਾਸ ਗਿਰਾਸਨ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਾਸ ਗਿਰਾਸ ਪਰਮੇਸ਼ਰ ਦਾ ਨਾਮ ਵਿਸਰਦਾ ਨਹੀਂ, ਉਹ ਹਮੇਸ਼ਾ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ, ਉਹ ਗੁਰਮੁਖ ਧਨ ਹੋ ਜਾਂਦੇ ਆ। ਅਸੀਂ ਉਹਨਾਂ ਨੂੰ ਸੰਤ ਕਹਿੰਦੇ ਹਾਂ। ਸੰਤਾਂ ਦੀ ਇਹ ਨਿਸ਼ਾਨੀ ਹੈ, ਗੁਰਮੁਖਾਂ ਦੀ ਇਹ ਨਿਸ਼ਾਨੀ ਹੈ। ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਉਹ ਹਮੇਸ਼ਾ ਮਿੱਠੀ ਬਾਣੀ, ਅੰਮ੍ਰਿਤ ਭਾਵ ਮਿੱਠੀ, ਅੰਮ੍ਰਿਤ ਭਾਵ ਸੱਚ ਦੀ, ਅੰਮ੍ਰਿਤ ਭਾਵ ਮਿਰਤੂ ਤੋਂ ਬਾਹਰ ਕੱਢਣ ਵਾਲੇ ਬਚਨ। ਗੁਰਬਾਣੀ ਜਿਹੜੀ ਹੈ ਸਾਨੂੰ ਮਿਰਤੂ ਤੋਂ ਬਾਹਰ ਕੱਢਣ ਵਾਲੀ ਹੈ, ਭਾਵ ਜੰਮਣਾ ਮਰਨਾ ਖਤਮ ਕਰਨ ਵਾਲੀ ਬਾਣੀ। ਉਹ ਜਪਣਾ ਕਰਦੇ ਹਨ, ਪਰਮੇਸ਼ਰ ਦੀ ਬਖਸ਼ੀ ਹੋਈ ਆਤਮਾ ਨੂੰ ਪਰਮੇਸ਼ਰ ਵਿੱਚ ਮਿਲਾਉਣ ਵਾਲੀ, ਜੋ ਤਤਵਾਦੀ ਲਖਤਾ ਕਰਾਉਣ ਵਾਲੀ ਬਾਣੀ ਹੈ, ਜੋ ਬ੍ਰਹਿਮੰਡਾਂ ਦਾ ਪਿੰਡਾਂ ਦਾ ਮਾਲਕ ਹੈ, ਉਸ ਦੇ ਨਾਲ ਪਛਾਣ ਕਰਾਉਣ ਵਾਲੀ ਜਿਹੜੀ ਬਾਣੀ ਹੈ। ਗੁਰਮੁਖ ਜਨ ਜਿਹੜੇ ਹਨ, ਗੁਰੂ ਨੂੰ ਮਿਲ ਕੇ ਉਹ ਬਾਣੀ ਨੂੰ ਗਾਉਂਦੇ ਹਨ। ਸਭ ਆਤਮ ਰਾਮ ਪਛਾਣੀ, ਤੇ ਸਾਰੀਆਂ ਰੂਹਾਂ ਦੇ ਵਿੱਚ, ਸਾਰੇ ਸਰੀਰਾਂ ਦੇ ਵਿੱਚ ਉਸ ਬ੍ਰਹਿਮੰਡਾਂ ਦੇ ਮਾਲਕ ਨੂੰ ਦੇਖਣਾ ਕਰਦੇ ਹਨ, ਪਛਾਨਣਾ ਕਰਦੇ ਹਨ।
ਜਾਣਨਾ ਕਰਦੇ ਹਨ। ਅੱਗੇ ਪ੍ਰੀਤਮ ਲਿਖਦੇ ਹਨ, ਉਹਨਾਂ ਦਾ ਕੰਮ ਹੈ ਏਕੋ ਸੇਵੈ ਏਕ ਆਰਾਧੈ। ਇੱਕ ਨੂੰ ਸਿਮਰਦੇ ਹਨ, ਇੱਕ ਦੀ ਆਰਾਧਨਾ ਕਰਦੇ ਹਨ। ਏਕੋ ਸੇਵਨ ਏਕ ਆਰਾਧੈ। ਗੁਰਮੁਖ ਅਕਥ ਕਹਾਣੀ, ਗੁਰਮੁਖ ਬਣ ਕੇ ਉਹ ਅਕਥ ਦੀ ਗੱਲ ਕਰਦੇ ਆ। ਅਕਥ ਕੀ ਕਥਾ ਕਰੇ, ਅਕਥ ਜਿਹੜਾ ਕਥਿਆ ਤਾਂ ਨਹੀਂ ਜਾ ਸਕਦਾ, ਪਰ ਉਹਦੀਆਂ ਵਿਚਾਰਾਂ ਕਰੀਏ ਤੇ ਸਾਨੂੰ ਫਾਇਦਾ ਹੋ ਸਕਦਾ। ਜਿਵੇਂ ਸਮੁੰਦਰ ਦੀ ਡੂੰਘਾਈ ਨੂੰ ਮਾਪਿਆ ਨਹੀਂ ਜਾ ਸਕਦਾ, ਜੇ ਕੋਈ ਆ ਕੇ ਦੱਸੇ ਸਾਨੂੰ ਕਿ ਸਮੁੰਦਰ ਕਿੰਨਾ ਡੂੰਘਾ, ਨਹੀਂ ਦੱਸ ਸਕਦਾ। ਹਾਂ, ਜੇ ਕੋਈ ਸਮੁੰਦਰ ਵਿੱਚ ਚੁੱਭੀ ਲਾ ਲਵੇ ਤੇ ਜੇਠ ਹਾੜ ਦੀ ਗਰਮੀ ਤੋਂ ਬਚ ਸਕਦਾ। ਇਸੇ ਤਰ੍ਹਾਂ ਉਹ ਅਕਥ ਹੈ ਪਰਮੇਸ਼ਰ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਬੇਪਰਵਾਹ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਾਰੀਆਂ ਘਟਾਂ ਦਾ ਮਾਲਕ ਹੈ। ਗੁਰਮੁਖ ਜਨ ਉਸ ਨੂੰ ਸਿਮਰਨਾ ਕਰਦੇ ਹਨ। ਏਕੋ ਸੇਵਨ ਏਕ ਆਰਾਧੈ, ਗੁਰਮੁਖ ਅਕਥ ਕਹਾਣੀ। ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ। ਹੈ ਭਾਈ ਸਿੱਖੋ, ਗੁਰੂ ਵਾਲੇ ਬਣ ਕੇ ਸਤਿਗੁਰ ਮਿਲਿਆ ਫੇਰ ਨਾ ਪਵੈ। ਜਿਹੜੇ ਗੁਰੂ ਵਾਲੇ ਬਣ ਕੇ ਉਸ ਪਰਮੇਸ਼ਰ ਨੂੰ ਜਪਦੇ ਹਨ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ। ਸਦਾ ਰੰਗ ਰਾਤੇ ਸੱਚ ਸਿਓ, ਉਹ ਹਰੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਸੱਚੇ ਰੰਗ ਵਿੱਚ ਰੰਗੇ ਜਾਂਦੇ ਹਨ, ਜਿਹੜਾ ਕਦੇ ਵੀ ਲੈਣ ਵਾਲਾ ਨਹੀਂ, ਖਤਮ ਹੋਣ ਵਾਲਾ ਨਹੀਂ ਹੈ। ਪ੍ਰੀਤਮ ਜੀ ਕਹਿੰਦੇ, ਸਦਾ ਰੰਗ ਰਾਤੇ ਸੱਚ ਸਿਉ, ਆਪਣੀ ਕਿਰਪਾ ਕਰੇ ਮਿਲਾਏ। ਤੇ ਜਿਹੜੇ ਪਹਿਲਾਂ ਇੱਥੇ ਰਹਿੰਦੇ ਹੋਏ ਆਪਣੇ ਆਪ ਨੂੰ ਰੱਬ ਦੇ ਰੰਗ ਵਿੱਚ ਰੰਗ ਲੈਂਦੇ ਆ, ਤੇ ਰੱਬ ਵੀ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ। ਉਹਨਾਂ ਨੂੰ ਆਪਣੇ ਬਾਰੇ ਪਤਾ ਲੱਗ ਜਾਂਦਾ। ਏਕੋ ਸੇਵਨ ਏਕ ਆਰਾਧੇ, ਗੁਰਮੁਖ ਅਕਥ ਕਹਾਣੀ। ਉਹ ਇੱਕ ਨੂੰ ਸਿਮਰਦੇ ਹੈ, ਇੱਕ ਦੀ ਆਰਾਧਨਾ ਕਰਦੇ ਹੈ, ਉਸ ਅਕਥ ਦੀ ਗੱਲ ਕਰਦੇ ਨੇ। ਆਓ ਸਿੱਖੋ, ਆਪਾਂ ਸਾਰੇ ਉਸ ਇੱਕ ਨੂੰ ਸਿਮਰੀਏ। ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ। ਸਦਾ ਰੰਗ ਰਾਤੇ ਸੱਚ ਸਿਉ, ਆਪਣੀ ਕਿਰਪਾ ਕਰੇ ਮਿਲਾਏ। ਗੁਰੂ ਕਿਰਪਾ ਕਰਦਾ ਫਿਰ ਆਪੇ ਕਰੇ ਕਰਾਏ। ਆਪੇ ਇੱਕ ਨਾ ਸੁੱਤਿਆਂ ਦੇ ਜਗਾਏ। ਉਹ ਪਰਿਪੂਰਨ ਪਰਮੇਸ਼ਰ ਕਿਰਪਾ ਕਰਦਾ। ਜਦੋਂ ਸਿੱਖ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ ਤੇ ਗੁਰੂ ਕਿਰਪਾ ਕਰਕੇ ਉਹਨੂੰ ਸੁਚੇਤ ਕਰਦਾ ਹੈ, ਜਗਾ ਦਿੰਦਾ ਹੈ। ਭਾਵ ਉਹਦੀ ਸੁੱਤੀ ਸੁਰਤ ਨੂੰ ਪਰਮੇਸ਼ਰ ਨਾਲ ਜੋੜ ਦਿੰਦਾ। ਆਪਣੇ ਕੋਲੋਂ ਤਾਕਤ ਦੇ ਕੇ, ਸਤਾ ਦੇ ਕੇ ਪਰਮੇਸ਼ਰ ਗੁਰੂ ਦੇ ਰਾਹੀਂ ਸਿੱਖਾਂ ਨੂੰ ਜਨਾ ਕਰਕੇ ਸਲਬਨ ਮੰਨਣ ਨਿਦਾਸਨ ਕਰਾਉਂਦਾ ਹੈ। ਤੇ ਜਿਹੜੇ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੁੰਦੇ ਹਨ, ਉਹਨਾਂ ਨੂੰ ਗਿਆਨ ਦੀ ਜਾਗ ਲਾ ਕੇ ਜਗਾ ਦਿੰਦਾ ਗੁਰੂ ਪਿਆਰਿਓ। ਔਰ ਬਾਣੀ ਕਹਿੰਦੀ ਹੈ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਜਨ ਤਨ ਉਪਜਿਆ ਸੰਗ ਹੀ, ਸੋਪੀ ਸੰਗ ਨਾ ਹੋਇਆ। ਜਗਾ ਕਰਕੇ ਫਿਰ ਕੀ ਕਰਦਾ ਹੈ? ਆਪੇ ਮੇਲ ਮਿਲਾਏਂਦਾ, ਨਾਨਕ ਸ਼ਬਦ ਸਮਾਏ। ਇਸ ਤਰ੍ਹਾਂ ਉਹ ਆਪ ਹੀ ਜੀਵਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਤੇ ਆਪ ਹੀ ਜਿਹੜਾ ਹੈ ਉਹਨਾਂ ਦੇ ਵਿੱਚ ਮਿਲ ਜਾਂਦਾ ਹੈ, ਤੇ ਉਹਨਾਂ ਨੂੰ ਸਦਾ ਸਦਾ ਲਈ ਆਪਣੇ ਵਿੱਚ ਮਿਲਾ ਕਰਕੇ ਆਪਣਾ ਰੂਪ ਦੇ ਦਿੰਦਾ। ਆਪੇ ਮੇਲ ਮਿਲਾਏਂਦਾ, ਨਾਨਕ ਸ਼ਬਦ ਸਮਾਏ। ਇਉਂ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਇਹ ਕਾਰਜ ਹੈ। ਸਤਿਗੁਰ ਮਿਲਿਆ ਫੇਰ ਨਾ ਪਵੈ। ਜਿਹੜੇ ਗੁਰੂ ਨੂੰ ਮਿਲ ਪੈਣਗੇ ਉਹਨਾਂ ਨੂੰ ਦੁਬਾਰਾ ਚੱਕਰਾਂ ਵਿੱਚ ਨਹੀਂ ਪੈਣਾ ਪਵੇਗਾ। ਜਨਮ ਮਰਨ ਦੁੱਖ ਜਾਏ। ਇਹ ਸੀ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ। ਇਹਨਾਂ ਵਿਚਾਰਾਂ ਨੂੰ ਇੱਥੇ ਹੀ ਰੋਕਦੇ ਹਾਂ। ਇਸ ਦੇ ਨਾਲ ਹੀ